ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਹੋਏ ਦਇਆਲ ਕਿਰਪਾਲ ਪ੍ਰਭ ਠਾਕੁਰ, ਆਪੇ ਸੁਣੈ ਬੇਨੰਤੀ। ਪੂਰਾ ਸਤਿਗੁਰ ਮੇਲ ਮਿਲਾਵੈ, ਸਭ ਚੂਕੈ ਮਨ ਕੀ ਚਿੰਤੀ। ਹਰ ਹਰ ਨਾਮ ਅਵਖਦ ਮੁਖ ਪਾਇਆ, ਜਨ ਨਾਨਕ ਸੁਖ ਵਸੰਤੀ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੱਲ ਰਹੇ ਲੜੀਵਾਰ ਪ੍ਰਸੰਗ ਵਿੱਚ ਅੱਜ ਆਪਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਬੰਦਾ ਬਹਾਦਰ ਨਾਲ ਮਿਲਾਪ ਦਾ ਪ੍ਰਸੰਗ ਸਰਵਣ ਕਰਾਂਗੇ। ਆਓ ਬੜੇ ਪ੍ਰੇਮ ਨਾਲ ਇਹ ਪ੍ਰਸੰਗ ਸਰਵਣ ਕਰੀਏ। ਸਤਿਗੁਰੂ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨੰਦੇੜ ਸਾਹਿਬ ਵਿੱਚ ਆਪਣਾ ਡੇਰਾ ਲਾਇਆ ਹੋਇਆ ਸੀ। ਇੱਕ ਦਿਨ ਸਤਿਗੁਰੂ ਜੀ ਦਾ ਸ਼ਿਕਾਰ ਖੇਡਣ ਨੂੰ ਚਿੱਤ ਕੀਤਾ। ਕਾਫੀ ਦੂਰ ਤੱਕ ਉਹ ਸ਼ਿਕਾਰ ਖੇਡਣ ਗਏ। ਉੱਥੇ ਇੱਕ ਵੈਰਾਗੀ ਦਾ ਆਸ਼ਰਮ ਵੇਖਿਆ। ਸਾਧ ਕਿਸੇ ਹੋਰ ਸਥਾਨ ਵਿਖੇ ਗਿਆ ਹੋਇਆ ਸੀ। ਸਤਿਗੁਰੂ ਜੀ ਨੇ ਉਸ ਦੇ ਡੇਰੇ 'ਤੇ ਜਾ ਕੇ ਵਿਸ਼ਰਾਮ ਕੀਤਾ ਅਤੇ ਦਰਖਤਾਂ ਦੀ ਛਾਂ ਹੇਠ ਬੈਠ ਗਏ। ਕੁਝ ਸਮੇਂ ਬਾਅਦ ਅੰਦਰ ਗਏ ਅਤੇ ਉੱਥੇ ਸੁੰਦਰ ਸਥਾਨ ਵੇਖਿਆ। ਇੱਕ ਬੜਾ ਵੱਡਾ ਪਲੰਘ ਡੁਹਾਇਆ ਸੀ। ਉਸ ਉੱਪਰ ਸ਼ੁਭ ਸਫੇਦ ਵਸਤਰ ਵਿਛਾਏ ਹੋਏ ਸਨ। ਸਤਿਗੁਰੂ ਜੀ ਉਸ ਉੱਪਰ ਜਾ ਕੇ ਬੈਠ ਗਏ। ਉੱਥੇ ਬੈਠਿਆਂ ਕਾਫੀ ਸਮਾਂ ਬੀਤ ਗਿਆ। ਸਾਧ ਦਾ ਇੱਕ ਚੇਲਾ ਵੇਖ ਕੇ ਉੱਧਰ ਭੱਜ ਗਿਆ। ਜਿੱਥੇ ਸਾਧ ਸੀ ਉਸ ਨੂੰ ਜਾ ਕੇ ਸੁਣਾਇਆ, ਇੱਥੇ ਬਾਹਰ ਕਿਸ ਪ੍ਰਕਾਰ ਬੈਠੇ ਹੋ? ਡੇਰੇ ਵਿੱਚ ਵੱਡਾ ਉਲਟ ਫੇਰ ਹੋ ਗਿਆ ਹੈ। ਕੋਈ ਇੱਕ ਪੁਰਖ ਜਿਸ ਨੇ ਵੱਡਾ ਤੇਜ ਧਾਰਨ ਕੀਤਾ ਹੈ, ਉਹ ਬਿਨਾਂ ਡਰ ਤੋਂ ਸਾਡੇ ਡੇਰੇ ਦੇ ਅੰਦਰ ਵੜ ਗਿਆ ਹੈ ਅਤੇ ਤੁਹਾਡੇ ਅੰਦਰਲੇ ਸਥਾਨ ਵਿੱਚ ਚਲੇ ਗਿਆ ਹੈ। ਅਸੀਂ ਤੁਹਾਡਾ ਨਾਮ ਲੈ ਕੇ ਰੋਕਿਆ ਹੈ, ਪਰ ਉਹ ਵਰਜਿਆ ਰਿਹਾ ਨਹੀਂ ਹੈ ਅਤੇ ਉੱਥੇ ਪਹੁੰਚ ਗਿਆ ਹੈ ਜਿੱਥੇ ਆਪ ਜੀ ਦੀ ਸਫੇਦ ਸੇਜ ਵਿਛੀ ਹੋਈ ਹੈ। ਮਨ ਵਿੱਚ ਕਿਸੇ ਪ੍ਰਕਾਰ ਵੀ ਸ਼ੰਕਾ ਨਹੀਂ ਮੰਨਿਆ ਹੈ। ਉਸ ਪਲੰਘ ਦੇ ਉੱਪਰ ਬੈਠ ਗਏ ਹਨ। ਸਾਧ ਸੰਗਤ ਜੀ, ਬੰਦਾ ਬਹਾਦਰ ਦਾ ਪੁਰਾਣਾ ਨਾਮ ਮਾਧੋ ਦਾਸ ਸੀ। ਮਾਧੋ ਦਾਸ ਨੇ ਸੁਣ ਕੇ ਬੜਾ ਗੁੱਸਾ ਧਾਰਨ ਕੀਤਾ। ਜਗਤ ਵਿੱਚ ਕਿਹੜਾ ਐਸਾ ਘਮੰਡੀ ਪੁਰਸ਼ ਹੈ? ਇੱਕ ਤਾਂ ਸਾਧ ਸਮਝ ਕੇ ਟਲਿਆ ਨਹੀਂ ਹੈ, ਦੂਸਰਾ ਮੈਂ ਵੱਡੀ ਕਰਾਮਾਤ ਨਾਲ ਭਰਿਆ ਹਾਂ, ਤੀਸਰਾ ਐਸਾ ਕੋਈ ਸਾਧ ਨਹੀਂ ਹੈ ਗ੍ਰਸਤੀ ਹੋਵੇ ਤੇ ਸ਼ਸਤਰ ਧਾਰਨ ਕੀਤੇ ਹੋਣ। ਉਸਨੇ ਇੱਕ ਬੀਰ ਨੂੰ ਭੇਜਿਆ ਤੇ ਕਿਹਾ, ਜਾ ਕੇ ਉਸ ਨੂੰ ਸਜ਼ਾ ਦਿਓ ਤੇ ਪਲੰਘ ਤੋਂ ਉਲਟਾ ਕੇ ਮਾਰੋ, ਜਿਸ ਕਰਕੇ ਪ੍ਰਾਣਾ ਸਹਿਤ ਨਾ ਰਹੇ ਤੇ ਸਾਹਮਣੇ ਵੇਖ ਕੇ ਸਾਰੇ ਡਰ ਜਾਣਗੇ। ਫਿਰ ਸਾਧ ਦੀ ਅਵੱਗਿਆ ਕੋਈ ਨਹੀਂ ਕਰੇਗਾ। ਜਿਸ ਕੀਤੀ ਹੈ ਉਹ ਵੀ ਦੁੱਖ ਪ੍ਰਾਪਤ ਕਰੇਗਾ। ਇਹ ਸੁਣ ਕੇ ਮਾਧੋ ਦਾਸ ਦਾ ਬੀਰ ਤੁਰੰਤ ਚਲਾ ਗਿਆ, ਜਿਵੇਂ ਕਿਸੇ ਧਨੁੱਖ ਵਿੱਚੋਂ ਤੀਰ ਚਲਾਇਆ ਹੋਵੇ। ਉਹ ਆ ਕੇ ਪਲੰਘ ਦਾ ਪਾਵਾ ਚੁੱਕਣ ਲੱਗਾ। ਉਸਨੇ ਬਹੁਤ ਜ਼ੋਰ ਲਾਇਆ, ਪਰ ਪਾਵਾ ਚੁੱਕਿਆ ਨਾ ਗਿਆ। ਫਿਰ ਸਾਧ ਮਾਧੋ ਦਾਸ ਨੇ ਦੂਸਰਾ ਬੀਰ ਭੇਜਿਆ। ਉਹ ਪਲੰਘ ਨੂੰ ਚੁੱਕਣਾ ਚਾਹੁੰਦਾ ਸੀ। ਦੋਵਾਂ ਪਾਵਿਆਂ ਦੇ ਨੇੜੇ ਦੋਵੇਂ ਬੀਰ ਹੋ ਗਏ, ਪਰ ਧੀਰਜਵਾਨ ਸਤਿਗੁਰੂ ਜੀ ਨੇ ਦੋਵੇਂ ਪਾਵੇ ਧਰਤੀ ਵਿੱਚ ਖੁਬਾ ਦਿੱਤੇ। ਬੀਰਾਂ ਵਿੱਚ ਇੰਨੀ ਸ਼ਕਤੀ ਕਿੱਥੇ ਸੀ ਜਿਹੜੇ ਪਲੰਘ ਨੂੰ ਚੁੱਕ ਕੇ ਉਲਟਾ ਦਿੰਦੇ। ਫਿਰ ਸਾਧ ਨੇ ਇਹ ਜਾਣਿਆ ਕਿ ਪਲੰਘ ਦੋਵਾਂ ਸੂਰਾਂ ਬੀਰਾਂ ਪਾਸੋਂ ਵੀ ਹਿੱਲਿਆ ਨਹੀਂ ਹੈ, ਤਾਂ ਉਹ ਸਮਝ ਗਿਆ ਕਿ ਕੋਈ ਵੱਡਾ ਮਹਾਂਪੁਰਖ ਹੈ। ਫਿਰ ਤੀਸਰਾ ਬੀਰ ਭੇਜਿਆ। ਫਿਰ ਚਾਰੇ ਬੀਰ ਆ ਗਏ। ਚਾਰੇ ਬਹੁਤ ਜ਼ੋਰ ਲਾਉਂਦੇ ਰਹੇ, ਪਰ ਪਲੰਘ ਨਾ ਉਲਟਾਇਆ ਗਿਆ। ਸਤਿਗੁਰੂ ਜੀ ਨੇ ਚਾਰੇ ਪਾਵਿਆਂ ਉੱਪਰ ਮੜਾ ਮੂੰਹੀ ਭਾਰ ਟਿਕਾ ਦਿੱਤਾ। ਜਦ ਪਲੰਘ ਨਾ ਉਲਟਿਆ ਤੇ ਬੀਰ ਜਾਣ ਗਏ ਕਿ ਪਲੰਘ ਨੂੰ ਤਾਂ ਥੱਲੇ ਧਸਾਉਣ ਲੱਗੇ ਹਨ। ਜਦ ਚਾਰਾਂ ਨੇ ਕ੍ਰੋਧ ਵਿੱਚ ਆ ਕੇ ਬਹੁਤ ਸ਼ਕਤੀ ਲਾਈ ਤਾਂ ਫਿਰ ਵੀ ਪਲੰਘ ਨਾ ਹਿੱਲਿਆ। ਜਦ ਸਤਿਗੁਰੂ ਜੀ ਨੇ ਵੇਖਿਆ ਕਿ ਪਾਵੇ ਥੱਲੇ ਧਸਣ ਲੱਗੇ ਹਨ, ਤਾਂ ਉਸ ਸਮੇਂ ਉਹ ਬੋਲੇ, ਹੇ ਲੱਕੜੀ, ਸਾਡੇ ਨਾਲ ਤੇਰਾ ਕੋਈ ਵੈਰ ਨਹੀਂ। ਧਰਤੀ ਵਿੱਚ ਧਸਦੀ ਹੈ, ਉੱਚੀ ਨਹੀਂ ਰਹਿੰਦੀ ਹੈ। ਗੁਰੂ ਜੀ ਨੇ ਦੋਵੇਂ ਹੱਥ ਪਾ ਕੇ ਪਲੰਘ ਨੂੰ ਟਿਕਾਇਆ ਤੇ ਸਾਧੂ ਦੀ ਕਰਾਮਾਤ ਲਾਈ ਹੋਈ ਫਜ਼ੂਲ ਗਈ।
ਫਿਰ ਸਾਧ ਨੇ ਸਤਿਗੁਰੂ ਜੀ ਨੂੰ ਆਪਣੇ ਤੋਂ ਬਹੁਤ ਵੱਡਾ ਜਾਣਿਆ ਤੇ ਮਾਧੋ ਦਾਸ ਨੇ ਆਪਣਾ ਹੰਕਾਰ ਛੱਡ ਦਿੱਤਾ। ਫਿਰ ਬਹੁਤ ਦੀਨ ਹੋ ਕੇ ਚੱਲ ਕੇ ਆਇਆ ਤੇ ਪਲੰਗ ਉੱਪਰ ਸਤਿਗੁਰੂ ਜੀ ਦੇ ਬੈਠਿਆਂ ਦੇ ਦਰਸ਼ਨ ਕੀਤੇ। ਬੰਦਨਾ ਕਰਕੇ ਹੱਥ ਜੋੜ ਕੇ ਖਲੋ ਗਿਆ ਤੇ ਸਤਿਗੁਰੂ ਜੀ ਦੇ ਮੁਖ ਵੱਲ ਵੇਖਣ ਲੱਗਾ। ਫਿਰ ਸਤਿਗੁਰੂ ਜੀ ਨੇ ਪੁੱਛਿਆ, ਤੁਸੀਂ ਕੌਣ ਹੋ? ਇਸ ਸਥਾਨ ਵਿਖੇ ਕਿਵੇਂ ਰਹਿੰਦੇ ਹੋ? ਇਹ ਮੇਰੇ ਗੁਰੂ ਜੀ ਦਾ ਭਾਰੀ ਆਸ਼ਰਮ ਹੈ। ਬਹੁਤ ਦੇਰ ਤੱਕ ਉਹਨਾਂ ਨੇ ਆਚਰਨ ਸਹਿਤ ਇੱਥੇ ਤਪ ਕੀਤਾ ਹੈ। ਉਹਨਾਂ ਦੇ ਬਾਅਦ ਮੈਂ ਇੱਥੇ ਰਿਹਾ ਹਾਂ। ਮੈਂ ਇਕੱਲਾ ਹੀ ਇੱਥੇ ਰਹਿ ਕੇ ਤਪ ਕਰਦਾ ਹਾਂ। ਇਹ ਸੁਣ ਕੇ ਗੁਰੂ ਜੀ ਨੇ ਕਿਹਾ, ਤੇਰਾ ਗੁਰੂ ਕਿੱਥੇ ਹੈ? ਤੂੰ ਜਾਣਦਾ ਹੈ ਉਹ ਮਰ ਕੇ ਕਿੱਥੇ ਪਹੁੰਚਿਆ ਹੈ? ਜਿਸ ਦੇ ਪ੍ਰਵਾਸੇ ਆਸ਼ਰਮ ਵਿੱਚ ਰਹਿੰਦੇ ਹੋ ਉਸ ਨੂੰ ਤੂੰ ਸਮਝਦਾ ਨਹੀਂ। ਇਸ ਸਮੇਂ ਕਿੱਥੇ ਹੈ? ਇਹ ਸੁਣ ਕੇ ਦੀਨ ਹੋ ਕੇ ਸਾਧ ਨੇ ਕਿਹਾ, ਮੇਰੇ ਵਿੱਚ ਇੰਨੀ ਸ਼ਕਤੀ ਨਹੀਂ ਹੈ ਕਿ ਮੈਂ ਆਪਣੇ ਗੁਰੂ ਬਾਰੇ ਜਾਣ ਸਕਾਂ। ਜੇ ਤੁਹਾਡੇ ਵਿੱਚ ਇੰਨੀ ਸ਼ਕਤੀ ਹੈ, ਲੋਕ ਪਰਲੋਕ ਨੂੰ ਚੰਗੀ ਵਿਧੀ ਅਨੁਸਾਰ ਜਾਣਦੇ ਹੋ, ਤਾਂ ਮੈਨੂੰ ਆਪਣਾ ਗੁਰੂ ਵਿਖਾ ਦਿਓ। ਫਿਰ ਮੇਰਾ ਨਿਸ਼ਚਾ ਅਟਲ ਟਿਕ ਜਾਏਗਾ। ਤਦ ਗੁਰੂ ਜੀ ਨੇ ਕਿਹਾ, ਇਹ ਜਿਹੜਾ ਬ੍ਰਿਛ ਖੜਾ ਹੈ ਇਸ ਵਿੱਚ ਕੀੜਾ ਬਣ ਕੇ ਰਹਿ ਰਿਹਾ ਹੈ। ਜੇ ਹੁਣ ਉਹਦਾ ਪਤਾ ਕਰਨਾ ਚਾਹੁੰਦਾ ਹੈ ਤਾਂ ਉਸ ਦਾ ਫਲ ਲਿਆਓ, ਸਾਡੇ ਪਾਸ ਹੱਥ ਵਿੱਚ ਲੈ ਕੇ ਉਸ ਦਾ ਨਾਮ ਲੈ ਕੇ ਬੁਲਾਓ। ਇਹ ਸੁਣ ਕੇ ਸਾਧੂ ਨੇ ਵੇਖਿਆ ਬ੍ਰਿਛ ਦਾ ਜਿਹੜਾ ਫਲ ਪੱਕ ਕੇ ਲਾਲ ਹੋਇਆ ਸੀ, ਉਸ ਨੂੰ ਉਹ ਗੁਰੂ ਜੀ ਦੇ ਕਹਿਣ 'ਤੇ ਤੋੜ ਕੇ ਲਿਆਇਆ ਤੇ ਨੇੜੇ ਲਿਆ ਕੇ ਕੀੜਾ ਵੇਖਿਆ। ਉੱਚੀ ਆਵਾਜ਼ ਵਿੱਚ ਉਸ ਦਾ ਨਾਮ ਲੈ ਕੇ ਬੁਲਾਇਆ ਤਾਂ ਕੀੜੇ ਨੇ ਕਿਰਰ ਕਿਰਰ ਉਚਾਰਨ ਕੀਤਾ। ਮਾਧੋ ਦਾਸ ਇਹ ਜਾਣ ਗਿਆ ਕਿ ਇਹ ਮੇਰਾ ਗੁਰੂ ਹੀ ਹੈ। ਇਸ ਦੀ ਕੀ ਗਤੀ ਹੋਈ ਹੈ? ਵੇਖ ਕੇ ਬਹੁਤ ਹੈਰਾਨ ਹੋਇਆ। ਸਤਿਗੁਰੂ ਜੀ ਨੇ ਕਿਹਾ, ਚਿੰਤਾ ਕਿਉਂ ਕਰਦੇ ਹੋ? ਇਸ ਦਾ ਇੱਕੋ ਕਰਮ ਭੋਗਣਾ ਬਾਕੀ ਸੀ। ਇਹ ਸਰੀਰ ਛੱਡ ਕੇ ਹੁਣ ਸ਼ੁਭ ਗਤੀ ਪਾਵੇਗਾ, ਫਿਰ ਕਦੀ ਵੀ ਇਸ ਤਰ੍ਹਾਂ ਦੀ ਮਾੜੀ ਗਤੀ ਨਹੀਂ ਪਾਏਗਾ। ਫਲ ਹਾਲੇ ਹੱਥ ਵਿੱਚ ਹੀ ਸੀ ਕਿ ਕੀੜਾ ਮਰ ਗਿਆ ਤੇ ਫਲ ਵਿੱਚੋਂ ਨਿਕਲ ਕੇ ਧਰਤੀ ਉੱਪਰ ਡਿੱਗ ਪਿਆ। ਫਿਰ ਸਾਧ ਕਹਿਣ ਲੱਗਾ, ਹੇ ਪ੍ਰਭੂ ਜੀ, ਤੁਸੀਂ ਮੇਰੇ ਉੱਪਰ ਕਿਰਪਾ ਕਰੋ, ਮੇਰੇ ਕਰਮਾਂ ਉੱਪਰ ਦ੍ਰਿਸ਼ਟੀ ਨਾ ਧਾਰਨ ਕਰੋ। ਜਿਵੇਂ ਮੈਂ ਵੀਰਾਂ ਨੂੰ ਭੇਜ ਕੇ ਆਪ ਜੀ ਦਾ ਆਦਰ ਰਹਿਤ ਕਰਮ ਕੀਤਾ ਹੈ, ਆਪਣੀ ਸੇਵਾ ਮੈਨੂੰ ਫਰਮਾਓ ਤੇ ਆਪਣੇ ਚਰਨ ਕਮਲਾਂ ਉੱਪਰ ਮੈਨੂੰ ਲਾਓ। ਮੇਰੀ ਇਲਾਜ ਰੱਖ ਲਓ, ਮੈਂ ਤੁਹਾਡੀ ਸ਼ਰਨ ਵਿੱਚ ਪਿਆ ਹਾਂ। ਦੀਨ ਵੇਖ ਕੇ ਪ੍ਰਭੂ ਜੀ ਨੇ ਹੱਸ ਕੇ ਬਚਨ ਕੀਤਾ, ਸਾਨੂੰ ਕਰਤਾਰ ਦਾ ਇਹੋ ਹੁਕਮ ਹੈ, ਜਗ ਵਿੱਚ ਕਰਾਰਾ ਪੰਥ ਪ੍ਰਗਟ ਕਰੋ। ਤੁਰਕਾਂ ਦੇ ਤੇਜ ਦਾ ਨਾਸ਼ ਕਰ ਦਿਓ, ਜਿਹੜਾ ਹੁਣ ਚਾਰੇ ਪਾਸੇ ਫੈਲ ਰਿਹਾ ਹੈ। ਤੂੰ ਦੱਸ ਹੁਣ ਕਿਸ ਤਰ੍ਹਾਂ ਕਰਨਾ ਹੈ? ਬਹੁਤ ਵੈਰੀਆਂ ਨੂੰ ਮਾਰਨ ਵਾਸਤੇ ਸਾਡੇ ਨਾਲ ਮਿਲੋਗੇ ਕਿ ਨਹੀਂ? ਸਾਧ ਬੋਲਿਆ, ਆਪ ਜੀ ਮਾਲਕ ਹੋ, ਮੈਂ ਤੁਹਾਡਾ ਬੰਦਾ ਹਾਂ, ਕਦੀ ਵੀ ਆਲਸ ਨਹੀਂ ਕਰਾਂਗਾ। ਮੈਂ ਆਪ ਜੀ ਦੀ ਆਗਿਆ ਅਨੁਸਾਰ ਹੋ ਕੇ ਜੰਗ ਕਰਾਂਗਾ ਤੇ ਭਾਰੀ ਗਿਣਤੀ ਵਿੱਚ ਵੈਰੀਆਂ ਨੂੰ ਮਾਰਾਂਗਾ। ਤੁਹਾਡੀ ਸਹਾਇਤਾ ਲੈ ਕੇ ਤੇਜ਼ ਧਾਰ ਵਾਲਾ ਖੰਡਾ ਫੜਾਂਗਾ ਤੇ ਪ੍ਰਚੰਡ ਯੁੱਧ ਕਰਕੇ ਵੈਰੀ ਦੇ ਟੁਕੜੇ ਟੁਕੜੇ ਕਰ ਦਿਆਂਗਾ। ਸਤਿਗੁਰੂ ਜੀ ਹੱਸ ਕੇ ਬੋਲੇ, ਅਸੀਂ ਤੈਨੂੰ ਹੁਕਮ ਦਿੱਤਾ, ਰੇਤ ਵਿੱਚੋਂ ਸੋਨਾ ਕੱਢਿਆ ਹੈ। ਪੰਜਾਬ ਦੇਸ਼ ਵਿੱਚ ਮੇਰਾ ਥਾਂ ਜਾਣੋ। ਹੇ ਮੇਰੇ ਬੰਦੇ, ਜਿਹੜੇ ਬੇਮੁਖ ਹੋਏ ਹਨ ਉਹਨਾਂ ਨੂੰ ਰੱਦ ਕਰੋ। ਤੇਜ ਵਾਲਾ ਪੰਥ ਤੇਰੇ ਹੱਥ ਵਿੱਚ ਦਿੱਤਾ ਹੈ, ਸਾਰਿਆਂ ਦੇ ਵਿੱਚ ਤੈਨੂੰ ਮੁਖੀ ਕੀਤਾ ਹੈ। ਤੂੰ ਆਪਣੇ ਆਪ ਨੂੰ ਬੰਦਾ ਕਿਹਾ ਹੈ। ਇਹ ਨਾਮ ਤੇਰਾ ਜਗਤ ਵਿੱਚ ਬਹੁਤ ਪ੍ਰਸਿੱਧ ਹੋਵੇਗਾ। ਤੇਰੇ ਅੱਗੇ ਕੋਈ ਵੀ ਵੈਰੀ ਨਹੀਂ ਠਹਿਰੇਗਾ। ਬੜੇ ਵੱਡੇ ਵੱਡੇ ਘਮਸਾਨ ਦੇ ਯੁੱਧ ਹੋਣਗੇ, ਲੜਨਗੇ, ਅੜਨਗੇ ਅਤੇ ਲੱਖਾਂ ਹੀ ਮਰਨਗੇ। ਜਿਹੜੇ ਜੀਵ ਬਚਣਗੇ ਉਹ ਭੱਜ ਪੈਣਗੇ। ਗੁਰੂ ਜੀ ਦੇ ਬਚਨ ਸੁਣ ਕੇ ਮਾਧੋ ਦਾਸ ਦਾ ਮਨ ਦ੍ਰਿੜ ਹੋ ਗਿਆ ਤੇ ਹੱਥ ਜੋੜ ਕੇ ਸਾਹਮਣੇ ਖੜਾ ਰਿਹਾ। ਜੰਗ ਕਰਨ ਵਾਸਤੇ ਗੁਰੂ ਜੀ ਦੀ ਆਗਿਆ ਅਨੁਸਾਰ ਹੋ ਗਿਆ। ਫਿਰ ਸਤਿਗੁਰੂ ਜੀ ਨੇ ਉਸ ਨੂੰ ਕਿਰਪਾ ਦ੍ਰਿਸ਼ਟੀ ਨਾਲ ਵੇਖਿਆ। ਸਤਿਗੁਰੂ ਜੀ ਬੰਦਾ ਸਿੰਘ ਨੂੰ ਆਪਣੇ ਪਾਸ ਬਿਠਾ ਆਪਣੀ ਕਿਰਪਾਨ ਗਲ ਵਿੱਚੋਂ ਲਾ ਕੇ ਦੇਣ ਲੱਗੇ। ਉਹ ਉਸ ਨੂੰ ਆਪਣਾ ਤੇਜ ਦੇ ਕੇ ਸਰਦਾਰ ਬਣਾਉਣਾ ਚਾਹੁੰਦੇ ਸਨ। ਸੋ ਸਾਧ ਸੰਗਤ ਜੀ, ਇਸ ਪ੍ਰਕਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬੰਦੇ ਬਹਾਦਰ ਤੇ ਬਖਸ਼ਿਸ਼ਾਂ ਕੀਤੀਆਂ ਅਤੇ ਉਸ ਨੂੰ ਆਪਣਾ ਸਿੱਖ ਬਣਾ ਲਿਆ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।